सतनाम धन वाहिगुरु साहिब जीओ। गुरु गरीब निवाज किछ रूप नहीं, किछ जात नहीं, किछ ढंग ना मेरा। क्या मुँह लै बोला गुण बिहूण, नाम जपया ना तेरा। क्या मुँह लै बोला गुण बिहूण, नाम जपया ना तेरा। परम सत्कारयोग जुगो जुग अटल चबर छतर तखत दे मालक, पतत पावन कृपा निधान वालिए कुल आलम। ज्ञान दे सागर गुरबाणी दे मुजस्मे सरवरे कायनात दीन दुनिया दे बादशाह, दीन दुनिया दे रहबर, समुची मानवता दी इकलौती आस धन धन साहिब श्री गुरु ग्रंथ साहिब सच्चे पातशाह महाराज जी दी पावन अते पवित्र निੱਘੀ गोद का आनंद मान रही गुरु प्यारी गुरु सवारी, गुरु जी का खास रूप गुरु रूप खालसा साध संगत जी, वडभागे हाँ बहुत वड्डे भाग ने साडे सारियां दे जो साहिबां दी पावन गोद विच बैठ के जीवन दियां ये अमुल्यक घड़ियां सफलियां कर रहे हैं। साध संगत बहुत ही सत्कारयोग संत बाबा रणजीत सिंह जी, संत बाबा मनजीत सिंह जी, तिन्हां दी याद विच अज आपां किसे दा लिबास वेख के उन्होंने संत नहीं कह सकते। माफ करना साध संगत, पुछो गुरु ग्रंथ साहिब महाराज नूं, महाराज दसो असल दे विच संत कौन है? ते सतगुरु पातशाह कहंदे जिन्ना सास गिरास ना विसरै, हर नामा मन मंत, धन सो सेई नानका, पूर्ण सोई संत। महाराज कहते जिहड़े हर वेले रब की भगती करते हैं, हर वेले परमात्मा की भगती करते हैं, जिन्हां दा चित्त हर वेले परमात्मा दे विच रब दे विच वाहिगुरू दे विच जुड़िया रहिंदा है, सतगुरु पातशाह कहते असल दे विच वो संत ने, असल दे विच वो संत ने। पढ़ो पावन बाणी, महाराज ने भले पुरखां दीयां निशानियां दसियां। मिथ्या नाही रसना परस, मन में प्रीत निरंजन दर्शन, पग के रूप न पेखै नेत्र, साध की टहल संत संग हेत, करण ना सुने काहू की निंदा, सब के जाने आपस को मंदा। महाराज कहते ने असल दे विच भले पुरुष वो ने, असल दे विच संत वो ने जिहड़े रब की भगती करते ने, परमात्मा की भगती करते ने, दुख सुख नूं एक समान समझते ने, जिहड़े पराए तन वल नहीं तकते, जिहड़े सारियां दा भला लोचदे ने। सतगुरु पातशाह जी कहंदे वो संत ने, वो संत ने। एक श्लोक सहस्त्र कृति दे विच
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਆਉਂਦਾ। ਮਹਾਰਾਜ ਕਹਿੰਦੇ ਨੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ ਧਿਆਨੰ ਸਰਬਤਰ ਜੀਆਂ ਪੰਜ ਦੋਖ ਵਿਵਰਜਿਤੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੇ ਖੱਟ ਲਖੇ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ। ਸੰਤ ਕੌਣ ਹੈ? ਸਤਿਗੁਰੂ ਬਾਦਸ਼ਾਹ ਕਹਿੰਦੇ ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਜਿਹੜਾ ਹਰ ਕਿਸੇ ਵਿੱਚ ਰੱਬ ਨੂੰ ਵੇਖਦਾ ਹੈ, ਜਿਹੜਾ ਹਰ ਕਿਸੇ ਵਿੱਚ ਪਰਮਾਤਮਾ ਨੂੰ ਵੇਖਦਾ ਹੈ, ਹਰ ਕਿਸੇ ਵਿੱਚ ਵਾਹਿਗੁਰੂ ਨੂੰ ਵੇਖਦਾ ਹੈ, ਜਿਹੜਾ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਦਾ ਹੈ, ਜਿਹੜਾ ਸੁੱਖ ਤੇ ਦੁੱਖ ਨੂੰ ਬਰਾਬਰ ਸਮਝਦਾ ਹੈ, ਜਿਹੜਾ ਕਿਸੇ ਦਾ ਮਾੜਾ ਨਹੀਂ ਲੋਚਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸਲ ਦੇ ਵਿੱਚ ਉਹ ਸੰਤ ਨੇ। ਇੱਕ ਬੜਾ ਪਿਆਰਾ ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਆਉਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ। ਪੁੱਛੋ ਮਹਾਰਾਜ ਮਹਾਰਾਜ ਸੰਤ ਕੌਣ ਹੈ, ਮਹਾਂਪੁਰਖ ਕੌਣ ਨੇ? ਤੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ। ਮਹਾਰਾਜ ਕਹਿੰਦੇ ਸੰਤੋ ਨੇ ਮਹਾਂਪੁਰਖੋ ਨੇ ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਪਰਮਾਤਮਾ ਦੀ ਭਗਤੀ ਕਰਦੇ ਨੇ। ਤੇ ਮਾਫ ਕਰਨਾ ਜੀ, ਐਸੇ ਜਿਹੜੇ ਭਲੇ ਪੁਰਸ਼ ਨੇ, ਐਸੇ ਜਿਹੜੇ ਸੰਤ ਨੇ, ਮਹਾਂਪੁਰਸ਼ ਨੇ, ਮਹਾਰਾਜ ਕਹਿੰਦੇ ਕੋਈ ਕਰੋੜਾਂ ਚੋਂ ਬਿਰਲੇ ਹੀ ਹੁੰਦੇ ਨੇ, ਕਰੋੜਾਂ ਚੋਂ ਬਿਰਲੇ ਹੀ ਹੁੰਦੇ ਨੇ। ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲਾਖ ਕਰੋੜੀ। ਕਹਿੰਦੇ ਰੱਬ ਦੇ ਵਿੱਚ ਤੇ ਸੰਤ ਵਿੱਚ ਕੋਈ ਫਰਕ ਨਹੀਂ, ਰੱਬ ਵਿੱਚ ਭਲੇ ਪੁਰਸ਼ ਵਿੱਚ, ਰੱਬ ਵਿੱਚ, ਸੰਤ ਵਿੱਚ ਕੋਈ ਫਰਕ ਨਹੀਂ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਕਰੋੜਾਂ ਦੇ ਵਿੱਚੋਂ ਇੱਕ ਹੀ ਹੁੰਦਾ। ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲਾਖ ਕਰੋੜੇ। ਹੁਣ ਧਿਆਨ ਦੇਣਾ ਸਾਧ ਸੰਗਤ, ਜਿਹੜੇ ਐਸੇ ਸੰਤ ਜਨ ਨੇ, ਜਿਹੜੇ ਐਸੇ ਭਲੇ ਪੁਰਸ਼ ਨੇ, ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਪਰਮਾਤਮਾ ਦੀ ਭਗਤੀ ਕਰਦੇ ਨੇ, ਜਿਹੜੇ ਅੰਦਰੋਂ ਬਾਹਰ ਇੱਕੋ ਜਿਹੇ ਨੇ, ਜਿਨ੍ਹਾਂ ਕੋਲ ਕੇਵਲ ਪਹਿਰਾਵਾ ਨਹੀਂ, ਉਹਨਾਂ ਕੋਲ ਧਰਮ ਵੀ ਹੈ, ਉਹਨਾਂ ਕੋਲ ਰਹਿਤ ਵੀ ਹੈ, ਜਿਹੜੇ ਐਸੇ ਮਹਾਂਪੁਰਖ ਨੇ, ਉਹਨਾਂ ਨੂੰ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬੜਾ ਸਤਿਕਾਰ ਦਿੱਤਾ ਹੈ। ਮਹਾਰਾਜ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਤੇ ਕਿਹਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਦਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਇਹ ਮਨ ਤੇਰਾ ਭਾਈ। ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਚਰਨ ਧੂੜੀ ਲੋਚਦਾ ਐਸੇ ਸੰਤ ਦੀ ਜਿਹੜਾ ਰੱਬ ਦੀ ਭਗਤੀ ਕਰਨ ਵਾਲਾ, ਪਰਮਾਤਮਾ ਦੀ ਭਗਤੀ ਕਰਨ ਵਾਲਾ। ਵੇਖੋ ਸਾਧ ਸੰਗਤ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਪਰਮਾਤਮਾ ਦੀ ਭਗਤੀ ਕਰਦੇ ਨੇ, ਮਹਾਰਾਜ ਦੀ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ। ਪੜ੍ਹਦੇ ਆ ਨਾ ਆਪਾਂ ਪਾਵਨ ਬਾਣੀ, ਮਹਾਰਾਜ ਦੀ ਬਾਣੀ, ਸਤਿਗੁਰੂ ਪਾਤਸ਼ਾਹ ਜੀ ਦੇ ਇੱਕ ਬਚਨ ਆਉਂਦਾ। ਮਹਾਰਾਜ ਕਹਿੰਦੇ ਹਉ ਕੁਰਬਾਨੇ ਜਾਉ ਮਿਹਰਮਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਆ, ਮੈਂ ਉਹਨਾਂ ਤੋਂ ਬਲਹਾਰ ਜਾਣਾ ਆ, ਮੈਂ ਉਹਨਾਂ ਤੋਂ ਵਾਰਨੇ ਜਾਣਾ ਆ। ਕਿੰਨਾ ਤੋਂ? ਜਿਹੜੇ ਨਾਮ ਜਪਦੇ ਨੇ, ਜਿਹੜੇ ਰੱਬ ਦੀ ਭਗਤੀ ਕਰਦੇ ਨੇ। ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੇ ਹਉ ਸਤ ਕੁਰਬਾਨੇ ਜਾਉ। ਰੱਬ ਦੀ ਭਗਤੀ ਕਰਨ ਵਾਲਿਆਂ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਇੱਕ ਦਿਨ ਨਹੀਂ, 2 ਦਿਨ ਨਹੀਂ, ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਣਾ। ਲੈਣ ਜੋ ਤੇਰਾ ਨਾਮ ਤਿਨਾ ਕੇ ਹਉ ਸਤ ਕੁਰਬਾਨੇ ਜਾਉ। ਅਗਲਾ ਬਚਨ ਹੈ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ जिनके चोले रतड़े प्यारे कंत तिना के पास धूड़ तिना की जे मिले जी कहो नानक की अरदास। माफ करना साथ संगत, आप सारे अरदास करते हैं। आप जो अरदास करते हैं आप की मंगते हैं? कोई कोठियां मंगता, कोई धियां पुत्र मंगता, कोई बैंक बैलेंस मंगता, कोई विदेशों के वीजे मंगता। और गुरु नानक साहब अरदास कर रहे ने, गुरु नानक साहब रब कोलों कुछ मंग रहे ने। गुरु नानक साहब की मंग रहे ने? गुरु नानक देव महाराज कहते जिनके चोले रतड़े प्यारे कंत दिना के पास धूड़ तिना की जे मिले जी कहो नानक की अरदास। गुरु नानक साहब कहते रब जी मैनू कुछ नहीं चाहिए, मैनू ते उन्हां गुरु दे सिखां दी उन्हां भले पुरखां दी चरण धूड़ चाहिदी है जिहड़े रब दी भगती करदे ने, ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਨੇ। ਔਰ ਵੇਖੋ ਭਗਤੀ ਕਰਨ ਵਾਲਿਆਂ ਨੂੰ ਕਿੰਨਾ ਸਤਿਕਾਰ ਦਿੱਤਾ। ਮਹਾਰਾਜ ਨੇ ਕਿਹਾ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜੀਉ। ਹੋਵੇ ਕੋਈ ਗੁਰਸਿੱਖ
गुरु साहब कहते मैं ਉਹਦੇ ਪੈਰੀ ਉਹਦੇ ਚਰਨੀ ਪੈਣ ਨੂੰ ਤਿਆਰ ਹਾਂ, मैं ਉਹਦੇ ਚਰਨੀ ਲੱਗਣ ਨੂੰ ਤਿਆਰ ਆ ਜਿਹੜਾ ਗੁਰਸਿੱਖ ਰੱਬ ਦੀ ਭਗਤੀ ਕਰਦਾ, ਜਿਹੜਾ ਗੁਰਸਿੱਖ ਪ੍ਰਮਾਤਮਾ ਦੀ ਭਗਤੀ ਕਰਦਾ। ਔਰ ਵੇਖੋ ਸਾਧ ਸੰਗਤ, ਜੇ ਗੁਰੂ ਸਾਹਿਬ ਨੇ ਬਾਣੀ ਚ ਗਿਆ ਨਾ, ਗੁਰੂ ਸਾਹਿਬ ਨੇ ਬਾਣੀ ਚ ਗਿਆ ਤੇ ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ। ਧਿਆਨ ਦੇਣਾ, ਜੇ ਗੁਰੂ ਸਾਹਿਬ ਨੇ ਬਾਣੀ ਚ ਗਿਆ ਨਾ ਵੀ ਹੋਵੇ ਕੋਈ ਗੁਰਸਿੱਖ ਤੇ ਮੈਂ ਉਹਦੀ ਚਰਨ ਧੂੜੀ ਲੋਚਦਾ, ਤੇ ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ। ਮੈਂ ਇਤਿਹਾਸ ਦੀ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ ਤੇ ਇਹ ਘਟਨਾ ਸਾਂਝੀ ਕਰਕੇ ਦਾਸ ਨੇ ਸਮਾਪਤੀ ਕਰ ਦੇਣੀ ਹੈ। ਬੜੀ ਪਿਆਰ ਵਾਲੀ ਇਹ ਇਤਿਹਾਸਿਕ ਘਟਨਾ, ਇਹ ਇਤਿਹਾਸਿਕ ਸਾਖੀ ਹੈ ਤੇ ਜੇ ਆਪਾਂ ਸਾਰੇ ਧਿਆਨ ਨਾਲ ਤਵੱਜੋ ਦੇ ਕੇ ਸੁਣਾਂਗੇ ਤੇ ਮੈਨੂੰ ਲੱਗਦਾ ਹੈ ਹੋ ਸਕਦਾ ਹੈ ਸਾਡਾ ਗੁਰੂ ਦੇ ਚਰਨਾਂ ਨਾਲ ਪਿਆਰ ਪੈ ਜਾਵੇ, ਸਾਡੀ ਗੁਰੂ ਨਾਲ ਪ੍ਰੀਤੀ ਪੈ ਜਾਵੇ। ਧਿਆਨ ਦੇਣਾ ਸਾਧ ਸੰਗਤ। ਵੇਖੋ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ, ਜਿਨਕੇ ਚੋੜੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ, ਜਾਂ ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ। ਤੇ ਜੇ ਬਾਬਾ ਜੀ ਨੇ ਬਾਣੀ ਚ ਲਿਖਿਆ ਤੇ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਦਿਖਾਇਆ। ਧਿਆਨ ਦੇਣਾ ਸਾਧ ਸੰਗਤ ਦੀ ਬੇਨਤੀ ਕਰਨ ਲੱਗਾ। ਜਦੋਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਸਤਿਗੁਰੂ ਪਾਤਸ਼ਾਹ ਗੁਰੂ ਬਣੇ ਤੇ ਕਹਿੰਦੇ ਨੇ ਪੂਰੇ ਸੰਸਾਰ 'ਚ ਗੁਰੂ ਸਾਹਿਬ ਦੀ ਸ਼ੋਭਾ ਫੈਲ ਗਈ। ਪੂਰੇ ਸੰਸਾਰ 'ਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ੋਭਾ ਫੈਲ ਗਈ। ਸਤਿਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਜਦੋਂ ਪੂਰੀ ਦੁਨੀਆ ਵਿੱਚ, ਪੂਰੇ ਸੰਸਾਰ ਵਿੱਚ ਫੈਲ ਗਈ ਤੇ ਕਾਬਲ ਕੰਧਾਰ ਦੀ ਸੰਗਤ ਦੇ ਮਨ ਵਿੱਚ ਚਾਹ ਪੈਦਾ ਹੋਇਆ ਕਿ ਅਸੀਂ ਅੰਮ੍ਰਿਤਸਰ ਜਾਈਏ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਈਏ। ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਈਏ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰੀਏ। ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਰੇ ਭੱਟ ਜੀ ਕਹਿੰਦੇ ਨੇ, ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁਤਾਇਓ, ਤਲ ਘੋਰ ਸਮੁੰਦਰ ਮੈਂ ਬੂਟਕ ਫੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਪਾਇਓ। ਹੁਣ ਕਾਬਲ ਕੰਧਾਰ ਦੀ ਸੰਗਤ ਦੇ ਮਨ ਅੰਦਰ ਚਾਹ ਪੈਦਾ ਹੋਇਆ ਕਿ ਅੰਮ੍ਰਿਤਸਰ ਜਾਈਏ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰੀਏ। ਇੱਕ ਬਹੁਤ ਵੱਡਾ ਬੀਬੀਆਂ ਦਾ ਤੇ ਵੀਰਾਂ ਦਾ, ਭੈਣਾਂ ਤੇ ਵੀਰਾਂ ਦਾ ਜੱਥਾ ਬਹੁਤ ਵੱਡਾ ਕਾਬਲ ਤੋਂ ਤੁਰ ਪਿਆ ਜੀ ਅੰਮ੍ਰਿਤਸਰ ਆਉਣ ਵਾਸਤੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਹੁਣ ਸਾਧ ਸੰਗਤ, ਅੱਜ ਤੇ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ, ਮਾਫ ਕਰਨਾ, ਅੱਜ ਜਹਾਜ਼ ਬਣ ਗਏ ਨੇ। ਜੇ ਬੰਦੇ ਨੇ ਅਮਰੀਕਾ ਜਾਣਾ ਹੋਵੇ ਤੇ ਬੰਦਾ ਇੱਕ ਦਿਨ ਵਿੱਚ ਅਮਰੀਕਾ ਪਹੁੰਚ ਜਾਂਦਾ। ਇਥੋਂ ਬੰਦੇ ਨੇ ਜੇ ਕਿਤੇ ਲੁਧਿਆਣੇ ਪਟਿਆਲੇ ਜਾਣਾ ਹੋਵੇ ਤੇ ਬੰਦਾ 2 ਘੰਟਿਆਂ 'ਚ ਪਹੁੰਚ ਜਾਂਦਾ। ਪਰ ਉਹਨਾਂ ਸਮਿਆਂ ਦੇ ਵਿੱਚ ਸਾਧਨ ਨਹੀਂ ਸੀ ਹੁੰਦੇ, ਲੋਕ ਜਿੱਥੇ ਵੀ ਜਾਂਦੇ ਸੀ ਪੈਦਲ ਜਾਂਦੇ ਸੀ। ਹੁਣ ਕਾਬਲ ਤੋਂ ਬਹੁਤ ਵੱਡਾ ਵੀਰਾਂ ਦਾ, ਭੈਣਾਂ ਦਾ ਜੱਥਾ ਤੁਰਿਆ। ਮਨ ਵਿੱਚ ਚਾਹ ਹੈ, ਮਨ ਵਿੱਚ ਭਾਵਨਾ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਜਿਹੜਾ ਉਹਨੂੰ ਸਫਲਾ ਬਣਾਉਣਾ। ਕਈ ਦਿਨ ਹੋ ਗਏ ਜੀ ਤੁਰਿਆ, ਕਈ ਦਿਨ ਤੁਰਿਆ ਹੋ ਗਏ, ਤੁਰਦਿਆਂ 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 ਜਿੱਥੇ ਅੱਜ ਸਾਧ ਸੰਗਤ ਛਿਆਟਾ ਹੈ ਨਾ, ਛਿਆਟਾ ਇੱਥੇ ਗੁਰਦੁਆਰਾ ਪਿਪਲੀ ਸਾਹਿਬ ਹੈ, ਇਹ ਜੱਥਾ ਇੱਥੇ ਪਹੁੰਚੇ। ਉਦਲੀ ਘਰ ਲਾਗੇ ਜਿੱਥੇ ਗੁਰਦੁਆਰਾ ਪਿਪਲੀ ਸਾਹਿਬ ਹੈ, ਇਹ ਜੱਥਾ ਜਿਹੜਾ ਸੀ ਇਹ ਇੱਥੇ ਪਹੁੰਚ ਗਿਆ। ਹੁਣ ਜਦੋਂ ਇਹ ਸਾਰਾ ਜੱਥਾ ਇੱਥੇ ਪਹੁੰਚ ਗਿਆ, ਸ਼ਾਮਾਂ ਪੈ ਗਈਆਂ, ਸੂਰਜ ਛਿਪਣ ਵਾਲਾ ਹੈ ਤੇ ਸਾਰੇ ਜੱਥੇ ਨੇ ਆਪਸ ਦੇ ਵਿੱਚ ਸਲਾਹ ਕੀਤੀ ਕਿ ਜੇ ਆਪਾਂ ਇੱਥੋਂ ਦਰਬਾਰ ਸਾਹਿਬ ਗਏ, ਅੰਮ੍ਰਿਤਸਰ ਗਏ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਤੇ ਫਿਰ ਸਾਨੂੰ ਰਾਤ ਹੋ ਜਾਣੀ ਹੈ, ਸਮਾਂ ਜ਼ਿਆਦਾ ਲੱਗ ਜਾਣਾ ਹੈ, ਤੇ ਇਸ ਕਰਕੇ ਕਿਉਂ ਨਾ ਅੱਜ ਦੀ ਰਾਤ ਆਪਾਂ ਇੱਥੇ ਵਿਸ਼ਰਾਮ ਕਰ ਲਈਏ ਤੇ ਸਵੇਰ ਹੁੰਦਿਆਂ ਸਾਰ ਅੰਮ੍ਰਿਤ ਵੇਲੇ ਆਪਾਂ ਜਾਵਾਂਗੇ ਦਰਬਾਰ ਸਾਹਿਬ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਹੁਣ ਸਾਧ ਸੰਗਤ, ਉਹ ਜੱਥਾ ਆਇਆ ਉੱਥੇ ਜਿੱਥੇ ਗੁਰਦੁਆਰਾ ਅੱਜ ਪਿਪਲੀ ਸਾਹਿਬ ਬਣਿਆ, ਉੱਥੇ ਸਾਰਾ ਜੱਥਾ ਪਹੁੰਚਿਆ। ਕਈ ਦਿਨ ਹੋ ਗਏ ਸੀ ਤੁਰਿਆ, ਥਕਾਵਟ ਬਹੁਤ ਜ਼ਿਆਦਾ ਹੋ ਗਈ ਤੇ ਉਧਰੋਂ ਜਿਹੜੀ ਉਹ ਸ਼ਾਮਾਂ ਪੈ ਗਈਆਂ, ਰਾਤ ਸ਼ੁਰੂ ਹੋ ਗਈ। ਹੁਣ ਸਾਧ ਸੰਗਤ, ਇੰਨੀ ਜ਼ਿਆਦਾ ਥਕਾਵਟ ਹੋਈ ਜੱਥੇ ਨੂੰ, ਸਾਰਿਆਂ ਨੂੰ, ਭੈਣਾਂ ਨੂੰ, ਵੀਰਾਂ ਨੂੰ, ਕਿ ਕਿਸੇ ਵਿੱਚ ਇਹ ਹਿੰਮਤ ਹੀ ਨਾ ਹੋਈ, ਇਹ ਆਸਰਾ ਹੀ ਨਾ ਪਿਆ ਕਿ ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕਰ ਸਕੀਏ ਤੇ ਸਾਰੇ ਜੱਥੇ ਨੂੰ ਛਕਾ ਸਕੀਏ। ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਾਰੇ ਜੱਥੇ ਨੂੰ ਛਕਾ ਸਕੀਏ। ਤੇ ਸਾਧ ਸੰਗਤ ਕਹਿੰਦੇ ਉਹ ਵਿਸ਼ਰਾਮ ਕਰਨ ਲੱਗ ਪਏ
ਸਾਰੇ ਥੱਕ ਗਏ, ਥਕਾਵਟ ਹੋ ਗਈ, ਕਿਸੇ ਵਿੱਚ ਹਿੰਮਤ ਹੀ ਨਹੀਂ ਪਈ ਕਿ ਅਸੀਂ ਪ੍ਰਸ਼ਾਦਾ ਪਾਣੀ ਕਰਕੇ ਸਾਰਿਆਂ ਨੂੰ ਛਕਾ ਸਕੀਏ। ਹੁਣ ਤੁਹਾਨੂੰ ਪਤਾ ਬੰਦਾ ਰੱਜਿਆ ਹੋਵੇ ਤੇ ਨੀਂਦ ਆਉਂਦੀ, ਜੇ ਬੰਦਾ ਢਿੱਡੋਂ ਭੁੱਖਾ ਹੋਵੇ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਸਾਧ ਸੰਗਤ ਇੰਨੇ ਚਿਰ ਨੂੰ ਜੱਥਾ ਵਿਸ਼ਰਾਮ ਕਰ ਰਿਹਾ ਹੈ, ਇੰਨੇ ਚਿਰ ਨੂੰ ਇੱਕ ਪਤੀ ਪਤਨੀ ਉੱਥੇ ਆਏ, ਇੰਨੇ ਚਿਰ ਨੂੰ ਇੱਕ ਪਤੀ ਪਤਨੀ ਉੱਥੇ ਆਏ। ਉਹ ਪਤੀ ਪਤਨੀ ਉੱਥੇ ਆਏ, ਉਹ ਪਤੀ ਪਤਨੀ ਉਹ ਜੱਥੇ ਨੂੰ ਪੁੱਛਦੇ ਨੇ ਵੀ ਤੁਸੀਂ ਕਿੱਥੋਂ ਆਏ ਹੋ? ਕਹਿੰਦੇ ਜੀ ਕਾਬਲ ਕੰਧਾਰ ਤੋਂ ਆਏ ਹੋ। ਕਾਦੇ ਵਾਸਤੇ ਆਏ ਹੋ? ਜੀ ਭਾਵਨਾ ਏ, ਚਾਹ ਏ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨੇ। ਉਹ ਪਤੀ ਪਤਨੀ ਪਤਾ ਕੀ ਪੁੱਛਦੇ ਨੇ? ਕਹਿੰਦੇ ਤੁਸੀਂ ਪ੍ਰਸ਼ਾਦਾ ਪਾਣੀ ਛਕਿਆ? ਕਹਿੰਦੇ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਅਸੀਂ ਕਈ ਦਿਨਾਂ ਦੇ ਤੁਰਿਆ, ਥਕਾਵਟ ਹੀ ਇੰਨੀ ਹੋ ਗਈ ਕਿ ਸਾਡੇ ਵਿੱਚ ਹਿੰਮਤ ਹੀ ਨਹੀਂ ਪਈ ਪ੍ਰਸ਼ਾਦਾ ਪਾਣੀ ਤਿਆਰ ਕਰਦੇ, ਅਸੀਂ ਪ੍ਰਸ਼ਾਦਾ ਪਾਣੀ ਨਹੀਂ ਛਕਿਆ। ਉਹ ਪਤੀ ਪਤਨੀ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਵਿਸ਼ਰਾਮ ਕਰੋ, ਅਸੀਂ ਤੁਹਾਡੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਾਂ। ਹੁਣ ਸਾਧ ਸੰਗਤ ਪਤੀ ਪਤਨੀ ਨੇ ਪ੍ਰਸ਼ਾਦਾ ਤਿਆਰ ਕੀਤਾ ਜੀ, ਕੱਲਾ ਪ੍ਰਸ਼ਾਦਾ ਨਹੀਂ ਤਿਆਰ ਕੀਤਾ, ਪਹਿਲਾਂ ਪਤੀ ਪਤਨੀ ਪ੍ਰਸ਼ਾਦਾ ਤਿਆਰ ਕਰਦੇ ਨੇ, ਫਿਰ ਉਹ ਪਤੀ ਪਤਨੀ ਸਾਰੇ ਜੱਥੇ ਨੂੰ ਪ੍ਰਸ਼ਾਦਾ ਛਕਾਉਂਦੇ ਨੇ, ਫਿਰ ਉਹ ਪਤੀ ਪਤਨੀ ਸਾਰੇ ਜੱਥੇ ਨੂੰ ਪ੍ਰਸ਼ਾਦਾ ਛਕਾਉਂਦੇ ਨੇ। ਹੁਣ ਸਾਧ ਸੰਗਤ ਗਰਮੀਆਂ ਦੇ ਦਿਨ ਨੇ, ਉਹ ਪਤੀ ਪਤਨੀ ਨੇ ਪ੍ਰਸ਼ਾਦਾ ਪਾਣੀ ਛਕਾ ਦਿੱਤਾ, ਗਰਮੀਆਂ ਦੇ ਦਿਨ ਨੇ, ਪਤੀ ਪਤਨੀ ਵਾਪਸ ਘਰ ਨਹੀਂ ਗਏ, ਬਲਕਿ ਉਹ ਜਿਹੜੀਆਂ ਸੰਗਤਾਂ ਆਈਆਂ ਨੇ, ਉਹ ਜਿਹੜੇ ਗੁਰਸਿੱਖ ਆਏ ਨੇ, ਉਹ ਜਿਹੜੇ ਭਲੇ ਪੁਰਸ਼ ਆਏ ਨੇ, ਕਹਿੰਦੇ ਨੇ ਉਹ ਪਤੀ ਪਤਨੀ ਸਾਰੀ ਰਾਤ ਪੱਖਾ ਝੱਲਣ ਦੀ ਸੇਵਾ ਕਰਦੇ ਰਹੇ। ਉਹ ਪਤੀ ਪਤਨੀ ਸਾਰੀ ਰਾਤ ਪੱਖਾ ਝੱਲਣ ਦੀ ਸੇਵਾ ਕਰਦੇ ਰਹੇ। ਅੰਮ੍ਰਿਤ ਵੇਲਾ ਹੋਇਆ, ਸਵੇਰ ਹੋਈ, ਪਤੀ ਪਤਨੀ ਨੇ ਫਿਰ ਲੰਗਰ ਪਾਣੀ ਤਿਆਰ ਕੀਤਾ, ਜੱਥੇ ਨੂੰ ਛਕਾਇਆ, ਤੇ ਉਹ ਪਤੀ ਪਤਨੀ ਕਹਿੰਦੇ ਵੀ ਚਲੋ ਹੁਣ ਚਲੀਏ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਧਿਆਨ ਦੇਣਾ ਸਾਧ ਸੰਗਤ, ਸਾਰਾ ਜੱਥਾ ਪਿੱਛੇ ਪਿੱਛੇ ਹੈ, ਪਤੀ ਪਤਨੀ ਅੱਗੇ ਅੱਗੇ ਹੈ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਸਾਰੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਏ। ਹੁਣ ਸਾਰੇ ਜਿਹੜਾ ਕਾਬਲ ਤੋਂ ਜੱਥਾ ਆਇਆ ਸੀ, ਸਾਰਿਆਂ ਨੇ ਜੋੜੇ ਜਿਹੜੇ ਉਹ ਦਰਸ਼ਨੀ ਡਿਉੜੀ ਤੋਂ ਬਾਹਰ ਲਾ ਦਿੱਤੇ, ਦਰਸ਼ਨੀ ਡਿਉੜੀ ਤੋਂ ਬਾਹਰ ਜੋੜੇ ਲਾ ਦਿੱਤੇ। ਤੇ ਆਮ ਉਹਨਾਂ ਸਮਿਆਂ ਦੇ ਵਿੱਚ ਬੜੀ ਮਿੱਟੀ ਬੜੀ ਧੂੜ ਹੁੰਦੀ ਸੀ, ਤੇ ਉਹ ਪਤੀ ਪਤਨੀ ਪਤਾ ਕੀ ਕਹਿੰਦੇ? ਕਹਿੰਦੇ ਹੁਣ ਆਪਾਂ ਦਰਬਾਰ ਸਾਹਿਬ ਆ ਗਏ ਆ, ਤੇ ਤੁਸੀਂ ਏਦਾਂ ਕਰੋ ਵੀ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਓ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰ ਲਓ, ਤੇ ਅਸੀਂ ਉਹਨਾਂ ਚਿਰ ਤੁਹਾਡੇ ਜੋੜਿਆਂ ਦੀ ਰਾਖੀ ਕਰਦੇ ਹਾਂ, ਅਸੀਂ ਉਹਨਾਂ ਚਿਰ ਤੁਹਾਡੇ ਜੋੜਿਆਂ ਦੀ ਰਾਖੀ ਕਰਦੇ ਹਾਂ। ਹੁਣ ਸਾਧ ਸੰਗਤ ਧਿਆਨ ਦੇਣਾ, ਜੱਥਾ ਸਾਰਾ ਹੀ ਅੰਦਰ ਚਲਿਆ ਗਿਆ ਦਰਬਾਰ ਸਾਹਿਬ ਦੇ, ਪਤੀ ਪਤਨੀ ਜੋੜਿਆਂ ਦੀ ਰਾਖੀ ਬਹਿ ਗਏ, ਪਤੀ ਪਤਨੀ ਜੋੜਿਆਂ ਦੇ ਕੋਲ ਬਹਿ ਗਏ। ਕੱਲੇ ਪਤੀ ਪਤਨੀ ਜੋੜਿਆਂ ਦੇ ਕੋਲ ਨਹੀਂ ਬੈਠੇ, ਪਤੀ ਪਤਨੀ ਵੇਖਦੇ ਨੇ ਵੀ ਜੋੜੇ ਬਹੁਤ ਜਿਹੜੇ ਨੇ ਧੂੜ ਮਿੱਟੀ ਦੇ ਨਾਲ ਗੰਦੇ ਹੋਏ ਨੇ, ਲਿਬੜੇ ਹੋਏ ਨੇ, ਤੇ ਆਪਣੇ ਕੱਪੜਿਆਂ ਦੇ ਨਾਲ ਉਹ ਪਤੀ ਪਤਨੀ ਜੋੜੇ ਸਾਫ਼ ਕਰਦੇ ਪਏ, ਆਪਣੇ ਕੱਪੜਿਆਂ ਦੇ ਨਾਲ ਉਹ ਪਤੀ ਪਤਨੀ ਜੋੜੇ ਸਾਫ਼ ਕਰਦੇ ਪਏ। ਹੁਣ ਦਰਬਾਰ ਸਾਹਿਬ ਦੇ ਅੰਦਰ ਜੱਥਾ ਆਇਆ, ਤੇ ਜੱਥੇ ਨੂੰ ਸਭ ਤੋਂ ਪਹਿਲਾਂ ਮਿਲੇ ਭਾਈ ਗੁਰਦਾਸ ਜੀ, ਕਿਉਂਕਿ ਪਹਿਲਾਂ ਵੀ ਸਿੱਖ ਆਉਂਦੇ ਸੀ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਸੀ, ਸਿੱਖ ਸੰਗਤਾਂ ਜਾਣਦੀਆਂ ਸੀ। ਹੁਣ ਧਿਆਨ ਦੇਣਾ, ਭਾਈ ਗੁਰਦਾਸ ਜੀ ਮਿਲੇ, ਸੰਗਤ ਨੇ ਪਛਾਣ ਲਿਆ, ਤੇ ਸੰਗਤ ਕਹਿੰਦੀ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ, ਅਸੀਂ ਕਾਬਲ ਤੋਂ ਆਏ ਆ, ਮਨ ਵਿੱਚ ਬੜਾ ਚਾਅ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨੇ ਦੇ, ਰਿਹਾ ਨਹੀਂ ਜਾ ਰਿਹਾ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰੀ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਭੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀ। ਵੀ ਰਿਹਾ ਨਹੀਂ ਜਾ ਰਿਹਾ, ਵਿਛੋੜੇ ਦਾ ਜਿਹੜਾ ਦਰਦ ਹੈ ਉਹ ਅੰਦਰ ਦੁਖੀ ਕਰ ਰਿਹਾ ਹੈ। ਮਹਾਰਾਜ ਭਾਈ ਗੁਰਦਾਸ ਜੀ ਦੱਸੋ, ਗੁਰੂ ਅਰਜਨ ਦੇਵ ਮਹਾਰਾਜ ਕਿੱਥੇ ਨੇ? ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਨੇ। ਬੜੀ ਸ਼ੋਭਾ ਸੁਣੀ ਹੈ ਮਹਾਰਾਜ। ਭਾਈ ਗੁਰਦਾਸ ਜੀ ਕਹਿੰਦੇ ਵੀ ਇੱਥੇ ਹੀ ਹੋਣੇ ਨੇ, ਦੇਖ ਲਓ। ਸਾਧ ਸੰਗਤ ਨੇ ਇੱਧਰ ਉੱਧਰ ਦੇਖਿਆ, ਕਿਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨਜ਼ਰ ਨਹੀਂ ਆਏ, ਕਿਤੇ ਨਜ਼ਰ ਨਹੀਂ ਆਏ। ਹਰ ਥਾਂ ਤੇ ਗੁਰੂ ਸਾਹਿਬ ਨੂੰ ਲੱਭ ਲਿਆ, ਕਿਤੇ ਗੁਰੂ ਸਾਹਿਬ ਨਜ਼ਰ ਨਹੀਂ ਆਏ। ਤੇ ਸਾਧ ਸੰਗਤ ਬਾਬਾ ਬੁੱਢਾ ਜੀ ਮਿਲੇ, ਤੇ ਸੰਗਤ ਸਾਰੀ ਸੰਗਤ ਬਾਬਾ ਬੁੱਢਾ ਜੀ ਨੂੰ ਪੁੱਛਦੀ ਹੈ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਦੇ ਕੋਲੋਂ ਪੁੱਛਿਆ ਵੀ ਗੁਰੂ ਸਾਹਿਬ ਕਿੱਥੇ ਨੇ? ਭਾਈ ਗੁਰਦਾਸ ਜੀ ਕਹਿੰਦੇ ਇੱਥੇ ਕਿਤੇ ਹੋਣੇ ਨੇ, ਦੇਖ ਲਓ। ਗੁਰੂ ਸਾਹਿਬ ਇੱਥੇ ਕਿਤੇ ਹੋਣਗੇ, ਦੇਖ ਲਓ, ਪਰ ਕਿਤੇ ਮਹਾਰਾਜ ਸਾਨੂੰ ਗੁਰੂ ਸਾਹਿਬ ਲੱਭੇ ਨਹੀਂ। ਬਾਬਾ ਬੁੱਢਾ ਜੀ ਤੁਸੀਂ ਕਿਰਪਾ ਕਰੋ, ਸਾਨੂੰ ਦੱਸੋ ਗੁਰੂ ਅਰਜਨ ਦੇਵ ਮਹਾਰਾਜ ਕਿੱਥੇ ਨੇ? ਰਿਹਾ ਨਹੀਂ ਜਾ ਰਿਹਾ, ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਮਹਾਰਾਜ ਦੇ ਦਰਸ਼ਨ ਕਰਨੇ ਨੇ। ਤੇ ਬਾਬਾ ਬੁੱਢਾ ਜੀ ਜਵਾਬ ਦਿੰਦੇ ਨੇ, ਬਾਬਾ ਬੁੱਢਾ ਜੀ ਕਹਿੰਦੇ ਨੇ, ਜਿਸ ਗੁਰੂ ਦੇ ਤੁਸੀਂ ਦਰਸ਼ਨ ਕਰਨ ਵਾਸਤੇ ਕਾਬਲ ਕੰਧਾਰ ਤੋਂ ਆਏ ਹੋ, ਜਿਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਕਾਬਲ ਕੰਧਾਰ ਤੋਂ ਆਏ ਹੋ, ਜਿਸ ਪਤੀ ਪਤਨੀ ਨੇ ਕੱਲ ਸ਼ਾਮ ਨੂੰ ਤੁਹਾਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਸੀ,
ਜਿਹੜੇ ਪਤੀ ਪਤਨੀ ਸਾਰੀ ਰਾਤ ਤੁਹਾਨੂੰ ਪੱਖਾ ਝੱਲਣ ਦੀ ਸੇਵਾ ਕਰਦੇ ਰਹੇ, ਜਿਹੜੇ ਪਤੀ ਪਤਨੀ ਨੇ ਅੰਮ੍ਰਿਤ ਵੇਲੇ ਫਿਰ ਤੁਹਾਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ, ਜਿਹੜੇ ਪਤੀ ਪਤਨੀ ਉੱਥੋਂ ਤੁਹਾਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੈ ਕੇ ਆਏ, ਜਿਹੜੇ ਪਤੀ ਪਤਨੀ ਬਾਹਰ ਤੁਹਾਡੇ ਜੋੜਿਆਂ ਦੀ ਰਾਖੀ ਬੈਠੇ ਨੇ, ਜਿਹੜੇ ਪਤੀ ਪਤਨੀ ਬਾਹਰ ਤੁਹਾਡੇ ਜੋੜੇ ਸਾਫ਼ ਕਰ ਰਹੇ ਨੇ, ਉਹ ਕੋਈ ਹੋਰ ਨਹੀਂ, ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਮਾਤਾ ਗੰਗਾ ਜੀ ਨੇ। ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੇ ਮਾਤਾ ਗੰਗਾ ਜੀ ਨੇ। ਸੱਚ ਜਾਣਿਓ ਸਾਧ ਸੰਗਤ, ਧਾਹਾਂ ਨਿਕਲ ਗਈਆਂ, ਅੱਖਾਂ ਚੋਂ ਅਥਰੂਆਂ ਦੇ ਵਹਿਣ ਵਹਿ ਤੁਰੇ ਉਹਨਾਂ ਗੁਰਸਿੱਖ ਸੰਗਤਾਂ ਦੇ ਵੀ ਜਿਸ ਗੁਰੂ ਦੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਆ, ਉਸ ਗੁਰੂ ਦੇ ਅਸੀਂ ਜੋੜੇ ਸਾਫ਼ ਕਰਨੇ ਸੀ ਤੇ ਉਹ ਗੁਰੂ ਸਾਡੇ ਜੋੜਿਆਂ ਦੀ ਰਾਖੀ ਬੈਠਾ, ਉਹ ਗੁਰੂ ਸਾਡੇ ਜੋੜੇ ਸਾਫ਼ ਕਰ ਰਿਹਾ। ਤੇ ਸਾਧ ਸੰਗਤ ਸੰਗਤਾਂ ਜਿਹੜੇ ਨੇ ਉਹ ਅੱਖਾਂ ਵਿੱਚ ਅਥਰੂ ਨੇ। ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ ਲੈ ਕੇ ਗਏ, ਮਾਫੀਆਂ ਮੰਗੀਆਂ ਗੁਰੂ ਸਾਹਿਬ ਦੇ ਕੋਲੋਂ, ਚਰਨੀ ਪੈ ਗਏ ਗੁਰੂ ਸਾਹਿਬ ਦੇ। ਤੇ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ, ਮਹਾਰਾਜ ਗੁਰਸਿੱਖ ਸੰਗਤਾਂ ਆਈਆਂ ਨੇ ਤੁਹਾਡੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਤਖਤਾਂ ਤੇ ਬਹਿ ਕੇ ਸੰਗਤਾਂ ਨੂੰ ਦਰਸ਼ਨ ਦਿਓ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਬਾਬਾ ਬੁੱਢਾ ਜੀ, ਇਹ ਗੁਰਸਿੱਖ ਨੇ, ਇਹ ਭਲੇ ਪੁਰਖ ਨੇ ਤੇ ਸਾਨੂੰ ਅੱਜ ਮੌਕਾ ਮਿਲਿਆ ਇਹਨਾਂ ਦੀ ਸੇਵਾ ਕਰਨ ਦਾ। ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਪਾਪੀ ਭੀ ਲੱਤ ਮਾਰ। ਕਹਿੰਦੇ ਸਾਨੂੰ ਮੌਕਾ ਮਿਲਿਆ ਇਹਨਾਂ ਗੁਰਸਿੱਖਾਂ ਦੀ ਸੇਵਾ ਕਰਨ ਦਾ। ਸੱਚ ਜਾਣਿਓ ਭਾਗਾਂ ਵਾਲਿਓ, ਉਹਨਾਂ ਗੁਰਸਿੱਖ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਹੱਥ ਜੋੜੇ ਕੇ ਸਤਿਗੁਰੂ ਪਾਤਸ਼ਾਹ, ਨਹੀਂ ਇਹ ਕੰਮ ਸਾਡਾ, ਇਹ ਕੰਮ ਤੁਹਾਡਾ। ਬੇਅੰਤ ਝੋਲੀਆਂ ਭਰੀਆਂ ਮਹਾਰਾਜ ਨੇ ਦਾਤਾਂ ਦੇ ਨਾਲ ਉਹਨਾਂ ਗੁਰਸਿੱਖ ਸੰਗਤਾਂ ਦੀਆਂ। ਤੇ ਜੇ ਮਹਾਰਾਜ ਕਹਿੰਦੇ ਨੇ ਨਾ, ਜਿਨ ਕੇ ਚੋਲੇ ਰਤੜੇ ਪਿਆਰੇ ਕੰਧ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲਿਆ ਜੀ ਕਹੋ ਨਾਨਕ ਕੀ ਅਰਦਾਸ। ਤੇ ਜੇ ਮਹਾਰਾਜ ਨੇ ਬਾਣੀ ਚ ਕਿਹਾ ਤੇ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ। ਸੱਚ ਜਾਣਿਓ, 40 ਸਿੰਘ ਭੂਖ ਸੁੱਤੇ ਨੇ, ਗੁਰੂ ਗੋਬਿੰਦ ਸਿੰਘ ਤੰਬੂ ਚੋਂ ਬਾਹਰ ਆਉਂਦੇ ਨੇ, ਮਹਾਰਾਜ 40 ਸਿੰਘਾਂ ਵੱਲ ਵੇਖਦੇ ਨੇ। ਸਤਿਗੁਰੂ ਪਾਤਸ਼ਾਹ ਪਹਿਲਾਂ ਦਸਤਾਰਾਂ ਚੁੰਮਦੇ ਨੇ, ਫਿਰ ਮੱਥਾ ਚੁੰਮਦੇ ਨੇ, ਫਿਰ ਮਹਾਰਾਜ ਹੱਥ ਚੁੰਮਦੇ ਨੇ। ਜੋਗੀ ਅੱਲਾ ਯਾਰ ਖਾਂ ਕਹਿੰਦਾ, ਜਦੋਂ ਮਹਾਰਾਜ ਸਿੰਘਾਂ ਦੇ ਪੈਰ ਵੇਖਦੇ ਨੇ, ਕੰਢੇ ਵੱਜ ਵੱਜ ਕੇ ਲਹੂ ਵਗਿਆ ਪੈਰਾਂ ਵਿੱਚੋਂ, ਉਹ ਲਹੂ ਠੰਡ ਨਾਲ ਜੰਮਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਰਿਹਾ ਨਹੀਂ ਗਿਆ। ਜੋਗੀ ਅੱਲਾ ਯਾਰ ਖਾਂ ਕਹਿੰਦਾ, ਜਿੱਥੇ ਦਸਤਾਰਾਂ ਚੁੰਮੀਆਂ, ਮੱਥੇ ਚੁੰਮੇ, ਹੱਥ ਚੁੰਮੇ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੰਘਾਂ ਦੇ ਚਰਨ ਵੀ ਚੁੰਮੇ। जिन सिंहों ने कल मौत के साहिल था उतरना, कल सुबह था जिन खालसों ने जंग में मरना, बाली के शहीदों के हुआ जब्त गुजरना, मुश्किल हुआ 5 कदम आगे को तरना, चूमा कभी हलकूम दहन चूमने बैठे, जब पांती आए तो चरण चूमने बैठे। कहते कलगियां वाले बापू ने मत्था चूमिया, हथ चूमे ते अपने ਸਿੰਘਾਂ ਦੇ पैर भी चूमे। इन्ना प्यार जोगी अल्लाह यार था कहता, हासा किसी मुर्शद में जे इसार नहीं देखा, जे प्यार किसी पीर में जिनहार नहीं देखा। चेले गुरुआं दे पैर चूमदे ने, पर माफ करना इतिहास के अंदर किसी गुरु ने अपने चेलियां दे, अपने सिखां दे पैर नहीं चूमे। ये कौतक धन गुरु गोबिंद सिंह साहब ने कीता। चमकौर की गढ़ी दे विच जोगी अल्लाह यार खां दे कहण मुताबिक साध संगत भले पुरुष ओही ने जिन्हां दे अंदर गुण ने ते पातशाह ने उन्हां दी बड़ी वडियाई कीती है। अज महापुरखां दी याद विच जुड़ बैठे आ, जो वो सानू प्रेरणा दे के गए ने, उन्हां दीयां दसियां होईयां गल्लां नू अपने जीवन दा आधार बनाईए, सोहनी जिंदगी जीए। दास तो बाद साडे बहुत सत्कारयोग ਜਿਹੜੇ ਪੂਰੇ ਸੰਸਾਰ ਵਿੱਚ ਸਿੱਖੀ ਦੀ ਮਹਿਕ ਵੰਡ ਰਹੇ ਨੇ, ਅਤੀ ਸਤਿਕਾਰਯੋਗ ਬਾਬਾ ਰਘਬੀਰ ਸਿੰਘ ਜੀ, ਉਹਨਾਂ ਨੇ ਆਪ ਸਰਬੱਤ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਾ ਹੈ। ਧੰਨਵਾਦ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ, ਧੰਨਵਾਦ ਇੱਥੋਂ ਦੇ ਪ੍ਰਬੰਧਕਾਂ ਦਾ, ਧੰਨਵਾਦ ਗੁਰੂ ਘਰ ਦੇ ਸਤਿਕਾਰਯੋਗ ਵਜ਼ੀਰ ਸਹਿਬਾਨ ਦਾ, ਧੰਨਵਾਦ ਬਹੁਤ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਬੇਦੀ ਜੋ ਲੁਧਿਆਣੇ ਤੋਂ ਪੱਤਰਕਾਰ ਨੇ, ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਔਰ ਜਿੱਥੇ ਪੱਤਰਕਾਰ ਨੇ ਉੱਥੇ ਗੁਰੂ ਘਰ ਦੇ ਮਹਾਨ ਕੀਰਤਨੀਏ ਨੇ, ਸਤਿਗੁਰੂ ਪਾਤਸ਼ਾਹ ਸਰਬੱਤ
ਸੰਗਤਾਂ ਦੇ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖਣ। ਅੰਮ੍ਰਿਤ ਵੇਲੇ ਉੱਠੀਏ, ਬਾਣੀ ਪੜ੍ਹੀਏ, ਸਹਿਜ ਪਾਠ ਕਰੀਏ, ਰੱਬ ਦੀ ਭਗਤੀ ਕਰੀਏ, ਚੰਗੇ ਕੰਮ ਕਰੀਏ। ਮਹਾਰਾਜ ਕਹਿੰਦੇ ਧਰਮੀ ਉਹ ਹੈ ਜਿਹੜਾ ਰੱਬ ਦੀ ਭਗਤੀ ਕਰਦਾ, ਚੰਗੇ ਕੰਮ ਕਰਦਾ, ਗੁਰਮਤਿ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਮਾਫ ਕਰ ਦੇਣੀਆਂ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।